नॉर्थ डेल्टा तो BC NDP कैंਡੀਡੇਟ ਰਵੀ ਕਾਲੋ ਨੇ ਸਰੀ ਫਲੀਟਵੁੱਡ ਤੋਂ ਲਿਬਰਲ ਕੈਂਡੀਡੇਟ ਗੈਰੀ ਥਿਨ ਤੇ ਕਥਿਤ ਇਲਜ਼ਾਮ ਲਾਉਂਦਿਆਂ ਕਿਹਾ ਹੈ ਕਿ ਥਿਨ ਉਸ WhatsApp ਗਰੁੱਪ ਦੇ ਐਡਮਿਨ ਹਨ ਜਿੱਥੇ ਵੋਟਰਸ ਦੀ ਨਿੱਜੀ ਜਾਣਕਾਰੀ ਹਾਸਲ ਕਰ ਉਹਨਾਂ ਦੇ ਬਿਹਾਫ ਤੇ ਮੇਲ ਇਨ ਬੈਲਟ ਦੀ ਰਿਕੁਐਸਟ ਕਰਨ ਦੀ ਗੱਲਬਾਤ ਚੱਲ ਰਹੀ ਹੈ। ਇਸ ਤੇ ਪ੍ਰਤੀਕਰਮ ਦਿੰਦਿਆਂ ਲਿਬਰਲ ਲੀਡਰ ਐਂਡਰਿਊ ਵਿਲਕਿੰਸਨ ਨੇ ਕਿਹਾ ਕਿ ਦੋਸ਼ਾਂ ਦੇ ਸਾਬਿਤ ਹੋਣ ਤੱਕ ਉਹਨਾਂ ਵੱਲੋਂ ਕੋਈ ਵੀ ਫੈਸਲਾ ਨਹੀਂ ਕੀਤਾ ਜਾਵੇਗਾ। ਇਲੈਕਸ਼ਨ BC ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਉੱਥੇ ਹੀ ਗੈਰੀ ਥਿਨ ਨੇ ਇੱਕ ਈਮੇਲ ਭੇਜ ਕੇ ਦੱਸਿਆ ਹੈ ਕਿ ਉਹਨਾਂ ਦੀ ਕੈਂਪੇਨ ਟੀਮ ਅਤੇ ਉਹ ਆਪ ਇਲੈਕਸ਼ਨ BC ਦੇ ਸੰਪਰਕ ਵਿੱਚ ਹਨ, ਜਿੱਥੇ ਇਲੈਕਸ਼ਨ BC ਵੱਲੋਂ ਸਵਾਲ ਉਠਾਏ ਗਏ ਹਨ ਕਿ ਉਸ ਸਪੋਰਟਰ ਬਾਰੇ ਜਿਸਨੇ ਕਿ ਇੱਕ ਵॉलंटियर ਨੂੰ ਕਿਹਾ ਸੀ ਕਿ ਉਹ ਵੋਟਰ ਦੀ ਮੇਲ ਇਨ ਬੈਲਟ ਨਿੱਜੀ ਜਾਣਕਾਰੀ ਹਾਸਲ ਕਰੇ। ਥਿਨ ਨੇ ਕਿਹਾ ਕਿ ਉਹ ਸਪੋਰਟਰ ਉਹਨਾਂ ਦੇ ਕੈਂਪੇਨ ਵਿੱਚ ਹੁਣ ਅਧਿਕਾਰਿਕ ਤੌਰ ਤੇ ਸ਼ਾਮਿਲ ਨਹੀਂ ਹੈ ਅਤੇ ਸਪੋਰਟਰ ਹੁਣ ਤੋਂ ਹੀ ਉਹਨਾਂ ਦੇ ਚੋਣ ਮੁਹਿੰਮ ਤੋਂ ਬਾਹਰ ਹੋ ਗਿਆ ਹੈ। ਗੈਰੀ ਥਿਨ ਨੇ ਇਹ ਵੀ ਕਿਹਾ ਕਿ ਸਾਰੇ ਹੀ ਉਮੀਦਵਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਵੱਲੋਂ ਇਲੈਕਸ਼ਨ ਲਾਜ਼ ਦਾ ਪਾਲਣ ਕੀਤਾ ਜਾਵੇ। BC ਲਿਬਰਲ ਪਾਰਟੀ ਦੇ ਸਰੀ ਗਿਲਫਰਡ ਕੈਂਡੀਡੇਟ ਬਲਦੇਵ ਸਿੰਘ ਹੰਸ ਉਰਫ ਦੇਵ ਹੰਸ BC ਸੁਪਰੀਮ ਕੋਰਟ ਵਿੱਚ ਦਰਜ ਐਕਸਟੋਰਸ਼ਨ ਅਤੇ ਫੋਰਜਰੀ ਸਿਵਲ ਕਲੇਮ ਨੋਟਿਸ ਵਿੱਚ ਡਿਫੈਂਡੈਂਟਸ ਨਾਮਿਤ ਕੀਤੇ ਗਏ ਹਨ। ਇਹਨਾਂ ਆਰੋਪਾਂ ਨੂੰ ਹੰਸ ਨੇ ਖਾरिज ਕੀਤਾ है। पूजा सेखो दी एक एक्सक्लूसिव रिपोर्ट। ये सिविल क्लेम नोटिस सरी निवासी आदित्य सूद और BC की एक कंपनी ने दर्ज किया है। BC सुप्रीम कोर्ट की वैंकूवर रजिस्ट्री में दर्ज डॉक्यूमेंट्स के मुताबिक ये क्लेम एक रियल एस्टेट डील के संबंध में है और देव हंस और एक अन्य व्यक्ति पर कथित एक्सटॉर्शन और फॉर्जरी के आरोप है। प्लेंटिफ आदित्य सूद ने रेड FM को पुष्टि की कि केस उन्होंने फाइल किया है। इन्हां दोनों जाने नूं जी मेरे ते मेरे ब्रदर इन लोगों ने शो किया होया जी केस जिहड़ा हैगा कोर्ट दे विच डेफिनेटली पेंडिंग हैगा जी। हंस ने जवाबी दस्तावेजों में स्पष्ट किया कि उन्होंने हस्ताक्षर फॉर्ज नहीं किए थे और प्लेंटिफ को एक्सटॉर्ट करने की कोशिश नहीं की। हंस के जवाबी दस्तावेजों में ये भी कहा गया कि एक प्रॉपर्टी के संबंध में सूद ने हंस और एक और व्यक्ति के साथ जॉइंट वेंचर एग्रीमेंट की उल्लंघना की थी और हंस ने सूद और कंपनी के खिलाफ एक्शन फाइल किया और प्रॉपर्टी पर सर्टिफिकेट ऑफ पेंडिंग लिटिगेशन यानी CPL दर्ज की और सूद का क्लेम इसी से पैदा हुआ है। मुकदमा इसी साल जुलाई में शुरू होना था लेकिन इसे मुलतवी कर दिया गया। अगली तारीख फिलहाल तय नहीं की गई है। रेड FM ने हंस के वकील चंदप्रीत कूनर से संपर्क किया। कूनर ने कहा कि केस कोर्ट में है और वे कोई स्टेटमेंट नहीं देना चाहते। रेड FM ने जब सिविल क्लेम के बारे में हंस से पूछा तो इन्होंने कहा कि ऐसा कोई केस नहीं है। No, there is no fraud and forgery case. जब हंस से ये पूछा गया कि क्या लिबरल पार्टी को इन्होंने इस क्लेम के बारे में जानकारी दी है तो इन्होंने कहा कि पार्टी को इन्होंने रिवील कर दिया है। Everything is revealed to the party. In the written, like whatever was there, and everything is revealed to the party. ये आरोप कोर्ट में साबित नहीं हुए हैं। सरी में रेड FM के लिए मैं हूँ पूजा सेखो। ਐਬਸਫੋਰਡ ਦੇ ਗਰੁੱਪ ਹੋਮ ਵਿੱਚ 17 ਸਾਲ ਦੇ ਲੜਕੇ ਦੀ ਹੋਈ ਮੌਤ ਬਾਰੇ ਜਾਂਚ BC ਕੋਰੋਨਰ ਸਰਵਿਸ ਵੱਲੋਂ ਜਾਰੀ ਹੈ, ਪਰ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿ ਇਸ ਸੰਬੰਧਿਤ ਇਨਕੁਐਸਟ ਕਰਵਾਈ ਜਾਵੇਗੀ ਜਾਂ ਨਹੀਂ। ਐਬਸਫੋਰਡ ਪੁਲਿਸ ਦੀ ਸਟੇਟਮੈਂਟ ਅਨੁਸਾਰ ਟੀਨੇਜਰ 15 ਸਤੰਬਰ ਨੂੰ ਲਾਪਤਾ ਰਿਪੋਰਟ ਕੀਤਾ ਗਿਆ ਅਤੇ 3 ਦਿਨ ਬਾਅਦ ਇਸ ਦੀ ਬੋਡੀ ਬਰਾਮਦ ਹੋ ਗਈ ਸੀ। ਯੂਨੀਅਨ ਆਫ BC ਇੰਡੀਅਨ ਚੀਫਸ ਮੁਤਾਬਿਕ ਵਿਕਟਿਮ ਲੜਕੇ ਦੀ ਬੋਡੀ ਉਸੇ ਐਬੋਰੀਜਨਲ ਏਜੰਸੀ ਗਰੁੱਪ ਹੋਮ ਦੀ ਕਲੋਜ਼ਟ ਤੋਂ ਮਿਲੀ ਜਿੱਥੇ ਉਹ ਰਹਿ ਰਿਹਾ ਸੀ। ਅੱਜ ਸਰੀ ਪੈਨੋਰਾਮਾ ਤੋਂ ਚੋਣ ਪ੍ਰਚਾਰ ਦੌਰਾਨ NDP ਲੀਡਰ ਜੌਨ ਹੌਰਗਨ ਨੇ ਕਿਹਾ ਕਿ ਪਬਲਿਕ ਲੌਂਗ ਟਰਮ ਕੇਅਰ ਹੋਮਸ ਤੇ ਆਉਂਦੇ 10 ਸਾਲਾਂ ਵਿੱਚ $1.4 ਬਿਲੀਅਨ ਨਿਵੇਸ਼ ਕੀਤਾ ਜਾਵੇਗਾ ਅਤੇ ਬਜ਼ੁਰਗਾਂ ਦੀ ਬਿਹਤਰ ਦੇਖਰੇਖ ਨੂੰ NDP ਦੇ ਇਲੈਕਸ਼ਨ ਪਲੇਟਫਾਰਮ ਦਾ ਮੁੱਖ ਹਿੱਸਾ ਦੱਸਿਆ ਗਿਆ। ਲਿਬਰਲ ਲੀਡਰ ਐਂਡਰਿਊ ਵਿਲਕਿੰਸਨ ਅੱਜ ਮੈਟਰੋ ਵੈਨਕੂਵਰ ਵਿੱਚ ਆਪਣੇ ਕੈਂਪੇਨ ਦੌਰਾਨ ਪੋਰਟ ਮੂਡੀ ਦੇ ਵੋਟਰਸ ਨੂੰ ਮਿਲੇ ਜਿੱਥੇ ਉਹਨਾਂ ਨੇ PST ਕਟੌਤੀ ਦੀ ਯੋਜਨਾ ਬਾਰੇ ਵੇਰਵੇ ਸਾਂਝੇ ਕੀਤੇ ਅਤੇ ਇਹ ਵੀ ਕਿਹਾ ਕਿ NDP ਲੀਡਰ ਵੱਲੋਂ ਲੌਂਗ ਟਰਮ ਕੇਅਰ ਹੋਮ ਬਾਰੇ ਕੀਤੇ ਜਾ ਰਹੇ ਵਾਅਦਿਆਂ ਤੋਂ ਉਹ ਸੰਤੁਸ਼ਟ ਨਹੀਂ। ਗ੍ਰੀਨ ਪਾਰਟੀ ਲੀਡਰ ਸੋਨੀਆ ਫਸਟੈਨੋ ਓਕ ਬੇ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕਰਨ ਲਈ ਵੈਨਕੂਵਰ ਆਈਲੈਂਡ ਵਿੱਚ ਵੇਖੇ ਗਏ ਅਤੇ ਉਹਨਾਂ ਨੇ ਕਿਹਾ ਕਿ ਗ੍ਰੀਨਜ਼ ਵੱਲੋਂ ਵੀ ਛੇਤੀ ਹੀ ਬਜ਼ੁਰਗਾਂ ਦੀ ਮਦਦ ਲਈ ਯੋਜਨਾਵਾਂ ਜਨਤਕ ਕੀਤੀਆਂ ਜਾਣਗੀਆਂ। ਅੱਜ ਸਵੇਰੇ ਤਕਰੀਬਨ 6:20 ਤੇ ਹਾਈਵੇ 17 ਅਤੇ ਬ੍ਰਿਜਵਿਊ ਡਰਾਈਵ ਤੇ ਇੱਕ ਪੈਡੈਸਟਰੀਅਨ ਦੀ ਵਾਹਨ ਨਾਲ ਹੋਈ ਟੱਕਰ ਕਾਰਨ ਮੌਤ ਹੋ ਗਈ। ਸਰੀ RCMP ਮੁਤਾਬਿਕ ਕਾਰ ਦਾ ਡਰਾਈਵਰ ਮੌਕੇ ਤੇ ਮੌਜੂਦ ਰਿਹਾ ਅਤੇ ਉਸ ਵੱਲੋਂ ਪੁਲਿਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਘਟਨਾ ਸੰਬੰਧੀ ਜੇਕਰ ਕਿਸੇ ਕੋਲ ਵੀ ਡੈਸ਼ ਕੈਮ ਵੀਡੀਓ ਹੋਵੇ ਤਾਂ ਉਸ ਨੂੰ ਪੁਲਿਸ ਨਾਲ ਸਾਂਝਾ ਕੀਤਾ ਜਾਵੇ। ਅੱਜ ਕੈਨੇਡਾ ਵਿੱਚ ਔਰੇਂਜ ਸ਼ਰਟ ਡੇ ਹੈ ਤਾਂ ਕਿ ਰੈਜ਼ੀਡੈਂਸ਼ੀਅਲ ਸਕੂਲ ਦੀ ਕਾਲੀ ਤਸਵੀਰ ਖਿਲਾਫ ਆਵਾਜ਼ ਬੁਲੰਦ ਰੱਖੀ ਜਾ ਸਕੇ। ਸਾਲ 2013 ਵਿੱਚ ਔਰੇਂਜ ਸ਼ਰਟ ਡੇ ਦੀ ਸ਼ੁਰੂਆਤ ਫਿਲਿਸ ਵੈਬਸਟੈਡ ਨਾਮ ਦੀ ਇੱਕ ਔਰਤ ਨੇ ਕੀਤੀ ਸੀ ਜੋ ਆਪ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੀ ਸਰਵਾਈਵਰ ਹੈ। ਵੈਬਸਟੈਡ ਦਾ ਵਿਲੀਅਮ ਲੇਕ ਸਥਿਤ ਸਕੂਲ ਦੇ ਪਹਿਲੇ ਦਿਨ ਤੇ ਅਨੁਭਵ ਦੇ ਆਧਾਰ ਤੇ 30 ਸਤੰਬਰ ਨੂੰ ਔਰੇਂਜ ਸ਼ਰਟ ਡੇ ਐਲਾਨਿਆ ਗਿਆ। ਵੈਬਸਟੈਡ ਔਰੇਂਜ ਰੰਗ ਦੀ ਨਵੀਂ ਸ਼ਰਟ ਪਹਿਨ ਸਕੂਲ ਪਹੁੰਚੀ ਸੀ ਜੋ ਉਸ ਦੀ ਗ੍ਰੈਂਡ ਮਾਂ ਨੇ ਗਿਫਟ ਕੀਤੀ ਸੀ, ਪਰ ਸਕੂਲ ਸਟਾਫ ਨੇ ਇਸ ਔਰਤ ਨੂੰ ਇਸ ਰੰਗਦਾਰ ਸ਼ਰਟ ਵਿੱਚ ਸਕੂਲ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ। ਵੈਨਕੂਵਰ ਆਧਾਰਿਤ ਮੇਟਿਸ ਕਮਰਸ਼ੀਅਲ ਪਾਇਲਟ ਅਤੇ SQ 에ਅਰ ਦੀ ਮਾਲਕ ਟਿਆਰਾ ਫਰੇਜ਼ਰ DC ਕਾਮਿਕਸ ਦੇ ਆਉਣ ਵਾਲੇ ਗ੍ਰਾਫਿਕ ਨਾਵਲ ਵੰਡਰ ਵੂਮਨ ਆਫ ਹਿਸਟਰੀ ਦੇ 18 ਰੀਅਲ ਵਰਲਡ ਹੀਰੋਜ਼ ਵਿੱਚੋਂ ਇੱਕ ਹੈ। ਇਸ ਗ੍ਰਾਫਿਕ ਨਾਵਲ ਵਿੱਚ ਸਿੰਗਰ ਬਿਯੋਂਸੇ ਨੂੰ ਵੀ ਸ਼ਾਮਲ ਕੀਤਾ ਗਿਆ। ਬਰਨਬੀ RCMP ਵੱਲੋਂ ਇੱਕ ਰੇਸ਼ੀਅਲ ਅਟੈਕ ਦੇ ਸਸਪੈਕਟ ਦੀ ਭਾਲ ਵਿੱਚ ਜਨਤਕ ਮਦਦ ਦੀ ਅਪੀਲ ਦੁਹਰਾਈ ਜਾ ਰਹੀ ਹੈ।
घटना 26 ਸਪਟੈਂਬਰ ਸ਼ਾਮ 4:15 ਵਜੇ ਦੀ ਹੈ, ਜਦੋਂ ਮੈਟਰੋ ਟਾਊਨ ਸਕਾਈ ਟ੍ਰੇਨ ਸਟੇਸ਼ਨ ਨੇੜੇ ਇੱਕ ਵਿਅਕਤੀ ਨੇ ਵਿਕਟਮ ਤੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਿਰ ਤੇ ਕਾਫੀ ਵੀ ਡੋਲ ਦਿੱਤੀ। ਕਾਰਪੋਰਲ ਮਾਈਕ ਕੈਲੰਜ ਨੇ ਦੱਸਿਆ ਕਿ ਵਿਕਟਮ ਜ਼ਖਮੀ ਤਾਂ ਨਹੀਂ ਹੋਇਆ, ਪਰ ਬੁਰੀ ਤਰ੍ਹਾਂ ਘਬਰਾ ਗਿਆ। 40 ਕੁ ਵਰ੍ਹਿਆਂ ਦੇ ਸਸਪੈਕਟ ਨੇ ਘਟਨਾ ਵੇਲੇ ਪੀਲੀ ਰੰਗ ਦੀ ਹੁੱਡੀ ਅਤੇ ਬੇਜ ਪੈਂਟਸ ਪਹਿਨੀਆਂ ਹੋਈਆਂ ਸਨ। ਕੁਝ ਰਾਜਨੀਤਿਕ ਆਲੋਚਕਾਂ ਦਾ ਕਹਿਣਾ ਹੈ ਕਿ ਕੱਲ ਹੋਇਆ ਪਹਿਲਾ ਪ੍ਰੈਜ਼ੀਡੈਂਸ਼ੀਅਲ ਡਿਬੇਟ ਯੂਐਸ ਵਿੱਚ ਉਸ ਸਮੇਂ ਨਾਟਕੀ ਰੂਪ ਧਾਰਨ ਕਰ ਗਿਆ ਜਦੋਂ ਡੋਨਾਲਡ ਟਰੰਪ ਨੇ ਡੈਮੋਕ੍ਰੈਟ ਜੋ ਬਾਈਡਨ ਨੂੰ ਅਣਗਿਣਤ ਵਾਰ ਟੋਕਿਆ ਅਤੇ ਮੋਡਰੇਟਰ ਕ੍ਰਿਸ ਵਾਲਸ ਨੂੰ ਆਪਣੇ ਸਵਾਲ ਪੂਰੇ ਕਰਨ ਦਾ ਮੌਕਾ ਵੀ ਨਾ ਦਿੱਤਾ। ਕੋਲਕਾਤਾ ਨਾਈਟ ਰਾਈਡਰਸ ਨੇ IPL 13 ਵਿੱਚ ਰਾਜਸਥਾਨ ਰਾਇਲਸ ਦੀ ਵਿਜੇ ਮੁਹਿੰਮ ਨੂੰ ਰੋਕ ਦਿੱਤਾ। ਕੋਲਕਾਤਾ ਵੱਲੋਂ ਜਿੱਤ ਲਈ ਦਿੱਤੇ ਗਏ 175 ਰਨ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਰਾਇਲਸ 20 ਓਵਰਸ ਵਿੱਚ 9 ਵਿਕਟ ਤੇ 137 ਰਨ ਹੀ ਬਣਾ ਸਕੀ।